ए चार साहेबजादे। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। आओ ਅੱਜ 842 842 ਪੰਨੇ ਤੇ ਦੇਖੀਏ ਗੁਰੂ ਸਾਹਿਬ ਕੀ ਫਰਮਾ ਰਹੇ ਹਨ। ਬਿਲਾਵਲ ਮਹੱਲਾ ਪੰਜਵਾਂ। ਲਾਸਟ ਟਾਈਮ ਵੀ ਅਸੀਂ ਪਾਤਸ਼ਾਹੀ ਤੀਸਰੀ ਦਾ ਉਚਾਰਿਆ ਹੋਇਆ 10 ਪਦਾਂ ਵਾਲਾ ਸ਼ਬਦ ਪੜ੍ਹਿਆ ਸੀ। ਆਓ ਅੱਜ ਵੀ ਉਹਨਾਂ ਦਾ ਦੂਜਾ ਸ਼ਬਦ 10 ਪਦਾਂ ਵਾਲਿਆ ਹੀ ਪੜ੍ਹੀਏ ਬਿਲਾਵਲ ਰਾਗ ਵਿੱਚ। ਜਿਸ ਤਰ੍ਹਾਂ ਕਿ ਪਹਿਰਾ ਲਾਸਟ ਸ਼ਬਦ ਤੋਂ ਚਾਲੂ ਹੋਇਆ ਸੀ, ਇਹ ਸ਼ਬਦ ਨੂੰ ਘਰ 10 ਵਿੱਚ ਗਾਉਣ ਦੀ ਹਿਦਾਇਤ ਹੈ। ਆਦਿ ਪੁਰਖ ਆਪੇ ਸ੍ਰਿਸ਼ਟ ਸਾਜੇ, ਜੀਅ ਜੰਤ ਮਾਇਆ ਮੋਹ ਪਾਜੇ। ਦੂਜੇ ਪਾਏ ਪਰਪੰਚ ਲਾਗੇ, ਆਵਹ ਜਾਵਹ ਮਰਖ ਅਪਾਗੇ। ਸਤਿਗੁਰ ਭੇਟੀਐ ਸੁਝੀ ਪਾਏ, ਪਰਪੰਚ ਚੂਕੇ ਸੱਚ ਸਮਾਏ। ਸ਼ੁਰੂ ਤੋਂ ਜਿਹੜਾ ਪ੍ਰਭੂ ਪਰਮੇਸ਼ਵਰ, ਜਿਹੜਾ ਸਿਰਫ ਤੇ ਸਿਰਫ ਪੁਰਖ ਉਹ ਹੀ ਹੈ, ਬਾਕੀ ਸਭ ਇਸਤਰੀਆਂ ਹਨ, ਉਹ ਭਗਵਾਨ ਵਾਹਿਗੁਰੂ ਆਪ ਹੀ ਉਸਨੇ ਇਸ ਸ੍ਰਿਸ਼ਟੀ ਨੂੰ ਬਣਾਇਆ ਹੈ। ਔਰ ਜਿਹੜੇ ਵੀ ਉਹਨੇ ਜੀਵ ਜੰਤ ਬਣਾਏ ਹਨ, ਉਹਨਾਂ ਨੂੰ ਆਪ ਹੀ ਉਹਨੇ ਮਾਇਆ ਔਰ ਕਈ ਕਿਸਮ ਦੇ ਹੋਰ ਮੋਹਾਂ ਵਿੱਚ, ਜਾਲ ਦੇ ਵਿੱਚ ਫਸਾਇਆ ਹੈ। ਦੂਜੇ ਪਾਏ ਪਰਪੰਚ ਲਾਗੇ, ਆਵਹ ਜਾਵਹ ਮਰਹ ਅਪਾਗੇ। ਇਹ ਜਿਹੜੇ ਜੀਵ ਜੰਤ ਹਨ, ਉਹ ਨਾਸ਼ਵੰਤ ਹੋਣ ਵਾਲੀਆਂ ਜਿਹੜੀਆਂ ਚੀਜ਼ਾਂ ਹਨ, ਦਿਸ ਰਹੀਆਂ ਹਨ, ਉਹਨਾਂ ਦੇ ਮੋਹ ਦੇ ਵਿੱਚ ਫਸੇ ਹੋਏ ਹਨ। ਔਰ ਉਹ ਆਉਣ ਜਾਣ ਦੇ ਚੱਕਰ ਵਿੱਚ, ਮਰਨ ਜੀਵਨ ਦੇ ਚੱਕਰ ਵਿੱਚ ਉਹ ਅਪਾਗੇ ਹਮੇਸ਼ਾ ਫਸੇ ਰਹਿੰਦੇ ਹਨ। ਉਹਨਾਂ ਦੇ ਭਾਗ ਚੰਗੇ ਨਹੀਂ ਹੁੰਦੇ ਹਨ। ਸਤਿਗੁਰ ਭੇਟਿਐ ਸੁਝੀ ਪਾਏ, ਪਰਪੰਚ ਚੂਕੈ ਸੱਚ ਸਮਾਏ। ਜੇ ਗੁਰੂ ਦੀ ਸੇਵਾ ਕੀਤੀ ਜਾਏ, ਉਹਦੀ ਗੱਲ ਨੂੰ ਸੁਣ ਕੇ, ਮੰਨ ਕੇ, ਹਿਰਦੇ 'ਚ ਵਸਾ ਕੇ, ਉਹਦੇ ਉੱਤੇ ਆਪਣੀ ਜ਼ਿੰਦਗੀ ਚਲਾਈ ਜਾਏ, ਤਾਂ ਤੁਹਾਨੂੰ ਸਮਝ ਆ ਜਾਂਦੀ ਹੈ ਕਿ ਅਸਲੀਅਤ ਕੀ ਹੈ। ਔਰ ਜਿਹੜੀਆਂ ਤੁਹਾਨੂੰ ਨਾਸ਼ਵੰਤ ਚੀਜ਼ਾਂ ਦੇ ਨਾਲ, ਜਿਨ੍ਹਾਂ ਦੇ ਨਾਲ ਪਿਆਰ ਪਿਆ ਹੁੰਦਾ ਹੈ, ਮੋਹ ਪਿਆ ਹੋਇਆ ਹੁੰਦਾ ਹੈ, ਉਹ ਤੁਸੀਂ ਉਹਨਾਂ ਨੂੰ ਭੁੱਲ ਜਾਂਦੇ ਹੋ। ਔਰ ਪ੍ਰਭੂ ਪਰਮੇਸ਼ਵਰ ਜੋ ਹਮੇਸ਼ਾ ਸਦਾ ਸਥਿਰ ਰਹਿਣ ਵਾਲਾ ਹੈ, ਉਹਦੇ ਨਾਲ ਜੁੜ ਜਾਂਦੇ ਹੋ। ਜਾ ਕੇ ਮਸਤਕ ਲਿਖਿਆ ਲੇਖ, ਤਾਕੇ ਮਨ ਵਸਿਆ ਪ੍ਰਭ ਏਕ ਰਹਾਓ। ਇਹ ਰਹਾਓ ਦੀ ਤੁਕ ਹੈਗੀ ਜੀ। ਇਹਦੇ 'ਚ ਗੁਰੂ ਸਾਹਿਬ ਕਹਿ ਰਹੇ ਹਨ ਕਿ ਜਿਹਦੇ ਵੀ ਮੱਥੇ ਦੇ ਉੱਤੇ ਉਹਦੇ ਪੁਰਾਣੇ ਕੰਮਾਂ ਕਰਕੇ ਜੈਸਾ ਬੀਜੇਗਾ ਤੈਸਾ ਹੀ ਮਿਲੇਗਾ। ਪੁਰਾਣੇ ਕੰਮਾਂ ਕਰਕੇ ਜਿਹਦੇ ਮੱਥੇ ਦੇ ਉੱਤੇ ਇਹ ਲਿਖ ਦਿੱਤਾ ਜਾਂਦਾ ਹੈ ਕਿ ਇਹ ਇੱਕ ਪਰਮੇਸ਼ਵਰ ਨੂੰ ਮਿਲ ਪਾਏਗਾ, ਉਹਦੇ ਹੀ ਹਿਰਦੇ ਵਿੱਚ ਆ ਕੇ ਉਹ ਇੱਕ ਪਰਮੇਸ਼ਵਰ ਆ ਕੇ ਵਸ ਜਾਂਦਾ ਹੈ। ਰਹਾਉ ਦੀ ਤੁਕ ਸੀ ਜੀ। ਸ੍ਰਿਸ਼ਟ ਉਪਾਏ ਆਪੇ ਸਭ ਵੇਖੈ, ਕੋਈ ਨ ਮੇਟੈ ਤੇਰਾ ਲੇਖੈ। ਸਿੱਧ ਸਾਧਕ ਜੇ ਕੋ ਕਹੇ ਕਹਾਏ, ਭਰਮੇ ਭੂਲਾ ਆਵੇ ਜਾਏ। ਸਤਿਗੁਰ ਸੇਵੈ ਸੋ ਜਨ ਬੂਝੈ, ਹਉਮੈ ਮਾਰੇ ਤਾਂ ਦਰ ਸੂਝੈ। ਉਹ ਪ੍ਰਭੂ ਪਰਮੇਸ਼ਵਰ ਨੇ ਆਪ ਹੀ ਸ੍ਰਿਸ਼ਟੀ ਨੂੰ ਪੈਦਾ ਕੀਤਾ ਹੈ ਅਤੇ ਆਪ ਹੀ ਉਹਦੀ ਦੇਖਭਾਲ ਕਰ ਰਿਹਾ ਹੈ। ਔਰ ਜੋ ਕੁਝ ਉਹ ਸੋਚਦਾ ਹੈ, ਜੋ ਕੁਝ ਉਹ ਲਿਖਦਾ ਹੈ ਕਿਸੇ ਦੇ ਮੱਥੇ ਦੇ ਉੱਤੇ, ਉਹ ਹਮੇਸ਼ਾ ਉਹਦੇ ਨਾਲ ਚੱਲਦਾ ਹੈ। ਉਸ ਨੂੰ ਕੋਈ ਜਣਾ ਮਿਟਾ ਨਹੀਂ ਸਕਦਾ ਹੈ। ਸਿੱਧ ਸਾਧਕ ਜੇ ਕੋ ਕਹੇ ਕਹਾਏ, ਭਰਮੇ
ਭੂਲਾ ਆਵੇ ਜਾਏ। ਜੇ ਕੋਈ ਜਣਾ ਆਪਣੇ ਆਪ ਨੂੰ ਕਹਿੰਦਾ ਮੈਂ ਸਿੱਧ ਹਾਂ, ਬੜੀਆਂ ਰਿੱਧੀਆਂ ਸਿੱਧੀਆਂ ਕਰ ਲਈਆਂ ਹਨ, ਮੈਂ ਬਹੁਤ ਕੁਝ ਕਰ ਲਿਆ ਹੈ, ਉਹਦਾ ਸਿਰਫ ਕਹਿਣਾ ਹੀ ਹੈ, ਉਹ ਕਿਤੇ ਨਹੀਂ ਪਹੁੰਚ ਪਾਇਆ ਹੈ। ਸਿਰਫ ਵਹਿਮਾਂ ਦੇ ਵਿੱਚ ਭੁੱਲਿਆ ਹੋਇਆ, ਮੌਤ ਦੇ ਚੱਕਰ ਦੇ ਵਿੱਚ ਹੀ ਫਸਿਆ ਹੋਇਆ ਹੈ। ਸਤਿਗੁਰ ਸੇਵੈ ਜੋ ਜਨ ਬੂਝੈ, ਹਉਮੈ ਮਾਰੇ ਤਾਂ ਦਰ ਸੂਝੈ। ਜਿਹੜਾ ਸਤਿਗੁਰੂ ਦੀ ਸੇਵਾ ਕਰਦਾ ਹੈ, ਉਹ ਆਪਣੇ ਹਿਰਦੇ ਦੇ ਵਿੱਚੋਂ ਦੀ ਆਪਣੀ ਹਉਮੈ ਕਿ ਮੈਂ ਹੀ ਕੁਛ ਕਰ ਰਿਹਾ ਹਾਂ, ਉਹਨੂੰ ਖ਼ਤਮ ਕਰ ਲੈਂਦਾ ਹੈ, ਔਰ ਉਹ ਅਸਲੀਅਤ ਨੂੰ ਬੁੱਝ ਕੇ ਪ੍ਰਭੂ ਪਰਮੇਸ਼ਵਰ ਦੇ ਦਰ ਦੇ ਉੱਤੇ ਪਹੁੰਚ ਜਾਂਦਾ ਹੈ। ਉਹਦੇ ਦਰ ਦੇ ਉੱਤੇ ਉਹਦੀ ਆਦਰ ਹੋਣ ਲੱਗ ਪੈਂਦਾ ਹੈ। ਏਕਸ ਤੇ ਸਭ ਦੂਜਾ ਹੁਆ, ਏਕੋ ਵਰਤੈ ਅਵਰ ਨ ਬੀਆ। ਦੂਜੇ ਤੇ ਜੇ ਏਕੋ ਜਾਣੈ, ਗੁਰ ਕੈ ਸ਼ਬਦ ਹਰ ਦਰ ਨਿਸ਼ਾਨੈ। ਸਤਿਗੁਰ ਭੇਟੇ ਤਾਂ ਏਕੋ ਪਾਏ, ਵਿਚਿਖ ਦੂਜਾ ਠਾਕ ਰਹਾਏ। ਉਸ ਇੱਕੋ ਪ੍ਰਭੂ ਪਰਮੇਸ਼ਵਰ ਤੋਂ ਹੀ ਸਾਰੇ ਦੂਜੇ ਉਸਨੇ ਜੀਵ ਜੰਤ ਪੈਦਾ ਕੀਤੇ ਹਨ। ਹੋਰ ਕੋਈ ਵੀ ਐਸਾ ਬੀਜ ਨਹੀਂ ਹੈ ਜੋ ਕੁਛ ਹੋਰ ਪੈਦਾ ਕਰ ਸਕਦਾ ਹੋਵੇ। ਉਹ ਸਿਰਫ ਤੇ ਸਿਰਫ ਇੱਕੋ ਪਰਮਾਤਮਾ ਹੀ ਹੈ ਜੋ ਹਰ ਥਾਂ 'ਤੇ ਵਿਆਪਕ ਹੈ। ਦੂਜੇ ਤੇ ਜੇ ਏਕੋ ਜਾਣੈ, ਗੁਰ ਕੈ ਸ਼ਬਦ ਹਰ ਦਰ ਨਿਸ਼ਾਨੈ। ਦੂਜੇ ਮੋਹ ਮਾਇਆ ਜਿਹੜੇ ਹਨ, ਉਹਨੂੰ ਜਿਹੜਾ ਵੀ ਛੱਡ ਕੇ ਉਸ ਪ੍ਰਭੂ ਪਰਮੇਸ਼ਵਰ ਨੂੰ ਹੀ ਸਿਰਫ ਤੇ ਸਿਰਫ ਕਰਤਾ ਕਰਨ ਕਰਾਉਣ ਵਾਲਾ ਮੰਨ ਲੈਂਦਾ ਹੈ, ਉਹ ਗੁਰੂ ਦੇ ਸ਼ਬਦ ਦੇ ਨਾਲ ਜੁੜ ਜਾਂਦਾ ਹੈ ਔਰ ਹਰੀ ਦੇ ਦਰ ਦੇ ਉੱਤੇ ਰਸਤਾ ਸਮਝ ਕੇ ਉੱਥੇ ਪਹੁੰਚ ਜਾਂਦਾ ਹੈ। ਸਤਿਗੁਰ ਭੇਟੇ ਤਾਂ ਏਕੋ ਪਾਏ, ਵਿਚਿਖ ਦੂਜਾ ਠਾਕ ਰਹਾਏ। ਜਿਹੜਾ ਵੀ ਸਤਿਗੁਰੂ ਦੀ ਸੇਵਾ ਕਰਦਾ ਹੈ, ਉਸ ਦੇ ਰਸਤੇ 'ਤੇ ਚੱਲਦਾ ਹੈ, ਉਹ ਆਪਣੇ ਅੰਦਰੋਂ ਜਿਹੜਾ ਦੂਜਿਆਂ ਵਾਸਤੇ ਪਿਆਰ ਪਿਆ ਹੁੰਦਾ ਹੈ, ਦੂਜੀਆਂ ਚੀਜ਼ਾਂ ਮਟੀਰੀਅਲਿਸਟਿਕ ਚੀਜ਼ਾਂ ਵਾਸਤੇ ਪਿਆਰ ਪਿਆ ਹੁੰਦਾ ਹੈ, ਉਹ ਉਹਦਾ ਰੁਕ ਜਾਂਦਾ ਹੈ ਔਰ ਉਹ ਇੱਕ ਪ੍ਰਭੂ ਪਰਮੇਸ਼ਵਰ ਨੂੰ ਪਾ ਲੈਂਦਾ ਹੈ। ਜਿਸ ਦਾ ਸਾਹਿਬ ਡਾਢਾ ਹੋਏ, ਤਿਸ ਨੂੰ ਮਾਰ ਨ ਸਾਕੈ ਕੋਏ। ਸਾਹਿਬ ਕੀ ਸੇਵਕ ਰਹਿ ਸਰਣਾਈ, ਆਪੇ ਬਖਸ਼ੇ ਦੇ ਵਡਿਆਈ। ਤਿਸ ਤੇ ऊपर नाही कोय, कौन डरे डर किसका हुए। जिसका साहिब डाढा होए, जिन्हें उस मालिक का आसरा ले लिया है जो सब तो तगड़ा है, उसनू कोई भी जना फिर मार नहीं सकता है। वो उस साहिब के आसरे च आ गया है कि उसनू कोई भी डरा भी नहीं सकता है और मार भी नहीं सकता है। साहिब की सेवक रहे सरनाई, वो जिहड़ा सेवक है वो साहिब की शरण विच आ जाता है। आपे बख्शे दे वडियाई, आप ही वो कीते हुए भैड़े कर्मां नूं भी वो माफ़ कर दिंदा है, बख्श दिंदा है और उसनू वडियाई भी दिंदा है। तिसते ऊपर नाही कोई, कौन डरे डर किसका होए। उस प्रभु परमेश्वर तो उत्ते तो कोई होर है ही नहीं है। सो फिर उस सेवक नूं की डर है, उन्होंने किसी का भी डर नहीं रहता है, क्योंकि वो सिर्फ तो सिर्फ अपने साहिब प्रभु परमेश्वर दे ही डर अदब प्यार विच रहिंदा है। गुरमती सांत वसै शरीर, शब्द चीन फिर लगे न पीर। आवे न जाए ना दुख पाए, नामे राते सहज समाए। नानक गुरमुख वेख्या हजूर, मेरा प्रभ सद रहा भरपूर। गुरमती शांत वसै शरीर। जिहड़ा भी उस गुरु की
ਮੱਤ ਲੈ ਲੈਂਦਾ ਹੈ ਔਰ ਉਹਦੇ 'ਤੇ ਚੱਲ ਪੈਂਦਾ ਹੈ, ਉਹਦਾ ਸਰੀਰ, ਹਿਰਦਾ ਔਰ ਮਨ ਸ਼ਾਂਤੀ ਦੀ, ਅਡੋਲਤਾ ਦੀ ਅਵਸਥਾ ਵਿੱਚ ਹਮੇਸ਼ਾ ਰਹਿਣ ਲੱਗ ਪੈਂਦਾ ਹੈ। ਉਹਨੇ ਸ਼ਬਦ ਨੂੰ ਸਮਝ ਕੇ, ਪੜ੍ਹ ਕੇ, ਉਹਦੇ ਨਾਲ ਜੁੜ ਕੇ ਸ਼ਾਂਤੀ ਪ੍ਰਾਪਤ ਕਰ ਲਈ ਹੈ ਕਿ ਉਸ ਦੇ ਹਿਰਦੇ ਵਿੱਚ ਕਦੀ ਵੀ ਫਿਰ ਪੀੜ ਨਹੀਂ ਉੱਠਦੀ ਹੈ, ਦਰਦ ਨਹੀਂ ਉੱਠਦਾ ਹੈ। ਆਵੇ ਨਾ ਜਾਏ ਨਾ ਦੁੱਖ ਪਾਏ, ਨਾਮੇ ਰਾਤੇ ਸਹਿਜ ਸਮਾਏ। ਉਹ ਨਾਮ ਦੇ ਵਿੱਚ, ਪ੍ਰਭੂ ਦੇ ਨਾਮ ਦੇ ਵਿੱਚ ਰੰਗਿਆ ਹੋਇਆ ਆਪਣੀ ਜ਼ਿੰਦਗੀ ਨੂੰ ਆਤਮਿਕ ਅਡੋਲਤਾ ਵਿੱਚ ਚਲਾਉਂਦਾ ਹੈ ਔਰ ਉਹਦੇ ਆਉਣ ਜਾਣ ਦੇ ਚੱਕਰ ਸਾਰੇ ਖਤਮ ਹੋ ਗਏ ਹੁੰਦੇ ਹਨ ਅਤੇ ਉਹਨੂੰ ਇਸ ਚੀਜ਼ ਦਾ ਕੋਈ ਦੁੱਖ ਨਹੀਂ ਰਹਿੰਦਾ ਹੈ। ਨਾਨਕ ਗੁਰਮੁਖ ਵੇਖਿਆ ਹਜ਼ੂਰ, ਮੇਰਾ ਪ੍ਰਭ ਸਦ ਰਿਹਾ ਭਰਪੂਰ। ਨਾਨਕ ਕਹਿ ਰਹੇ ਹਨ ਕਿ ਗੁਰੂ ਦੇ ਗੱਲ ਉੱਤੇ ਚੱਲਣ ਵਾਲਾ ਪ੍ਰਭੂ ਪਰਮੇਸ਼ਰ ਨੂੰ ਆਪਣੇ ਨਾਲ ਹੀ ਦੇਖ ਲੈਂਦਾ ਹੈ, ਆਪਣੇ ਹਿਰਦੇ ਵਿੱਚ ਹੀ ਦੇਖ ਲੈਂਦਾ ਹੈ, ਆਪਣੀ ਕਾਇਆ ਸਰੀਰ ਵਿੱਚ ਹੀ ਪਾ ਲੈਂਦਾ ਹੈ। ਮੇਰਾ ਪ੍ਰਭ ਸਦ ਰਿਹਾ ਭਰਪੂਰ। ਉਹ ਆਪਣੇ ਪ੍ਰਭੂ ਪਰਮੇਸ਼ਰ ਨੂੰ ਹਮੇਸ਼ਾ ਆਪਣੇ ਨਾਲ ਦੇਖ ਕੇ ਇਹ ਵੀ ਸਮਝ ਲੈਂਦਾ ਹੈ ਕਿ ਪ੍ਰਭੂ ਪਰਮੇਸ਼ਵਰ ਹਰ ਥਾਂ 'ਤੇ, ਹਰ ਰੋਮ ਰੋਮ ਵਿੱਚ, ਹਰ ਕਣ ਕਣ ਵਿੱਚ ਉਹੀ ਵਸ ਰਿਹਾ ਹੈ। ਇੱਕ ਸੇਵਕ ਇੱਕ ਪਰਮ ਭੁਲਾਏ, ਆਪੇ ਕਰੇ ਹਰ ਆਪ ਕਰਾਏ। ਏਕੋ ਵਰਤੈ ਅਵਰ ਨਾ ਕੋਏ, ਮਨ ਰੋਸ ਕੀਜੈ ਜੇ ਦੂਜਾ ਹੋਏ। ਸਤਿਗੁਰ ਸੇਵੇ ਕਰਨੀ ਸਾਰੀ, ਦਰ ਸਾਚੈ ਸਾਚੇ ਵਿਚਾਰੀ। ਇੱਕ ਸੇਵਕ ਇੱਕ ਪਰਮ ਭੁਲਾਏ। ਹੁਣ ਦੀਨ ਦੁਨੀਆ 'ਚ ਦੇਖੋ, ਆਪੇ ਕਰੇ ਹਰ ਆਪ ਕਰਾਏ, ਕਿ ਇੱਕ ਤੇ ਕਿ ਕੋਈ ਤੇ ਗੁਰੂ ਦੀ, ਪ੍ਰਭੂ ਪਰਮੇਸ਼ਰ ਦੀ ਸੇਵਾ 'ਚ ਲੱਗਾ ਹੋਇਆ ਹੈ ਔਰ ਕੋਈ ਜਣਾ ਭਟਕਣਾ ਦੇ ਵਿੱਚ, ਮਟੀਰੀਅਲਿਸਟਿਕ ਚੀਜ਼ਾਂ ਦੇ ਵਿੱਚ ਭਟਕ ਰਿਹਾ ਹੈ। ਇਹ ਸਾਰਾ ਦਾ ਸਾਰਾ ਉਸ ਪ੍ਰਭੂ ਪਰਮੇਸ਼ਵਰ ਨੇ ਆਪ ਹੀ ਕਰਾਇਆ ਹੋਇਆ, ਆਪ ਹੀ ਕਿਸੇ ਨੂੰ ਠੀਕ ਰਸਤੇ ਪਾਇਆ ਹੈ ਔਰ ਕਿਸੇ ਨੂੰ ਕੁਰਾਹੇ ਪਾਇਆ ਹੋਇਆ ਹੈ। ਉਹ ਇੱਕੋ ਇੱਕ ਪਰਮਾਤਮਾ ਹੀ ਹੈ ਜੋ ਹੈ ਉਹ ਇਸ ਦੀਨ ਦੁਨੀਆ ਦੇ ਵਿੱਚ ਆਪਣੀ ਹੁਕਮ ਚਲਾ ਰਿਹਾ ਹੈ ਔਰ ਉਸੇ ਆਪਣੇ ਤਰੀਕੇ ਦੇ ਨਾਲ ਹੀ, ਆਪਣੀ ਸੋਚ ਨਾਲ ਹੀ ਇਸ ਦੁਨੀਆ ਨੂੰ ਚਲਾ ਰਿਹਾ ਹੈ। ਅਸੀਂ ਕਿਹਨੂੰ, ਜੇ ਕੋਈ ਸਾਨੂੰ ਗੱਲ ਠੀਕ ਨਹੀਂ ਲੱਗਦੀ ਹੈ ਤਾਂ ਅਸੀਂ ਕਿਹਨੂੰ ਇਹਦੇ ਬਾਰੇ ਕਹਿ ਸਕਦੇ ਹਾਂ, ਕਿਉਂਕਿ ਹੋਰ ਦੂਸਰਾ ਤਾਂ ਹੈ ਹੀ ਕੋਈ ਨਹੀਂ ਹੈ। ਉਹ ਇੱਕੋ ਇੱਕ ਪਰਮੇਸ਼ਵਰ ਹੈ ਜੋ ਸਾਰਾ ਕੁਛ ਕਰ ਰਿਹਾ ਹੈ ਅਤੇ ਦੂਜੇ ਕਿਸੇ ਨੂੰ ਅਸੀਂ ਕੋਈ ਗਿਲਾ ਵੀ ਨਹੀਂ ਕਰ ਸਕਦੇ ਹਾਂ। ਸਤਿਗੁਰ ਸੇਵੇ ਕਰਨੀ ਸਾਰ, ਦਰ ਸਾਚੈ ਸਾਚੇ ਵਿਚਾਰੀ। ਸਤਿਗੁਰ ਸੇਵੈ ਕਰਨੀ ਸਾਰੀ, ਦਰ ਸਾਚੈ ਸਾਚੇ ਵਿਚਾਰੀ। ਸਤਿਗੁਰ ਦੀ ਸੇਵਾ ਕਰਨੀ ਹੀ, ਉਹਦੀ ਗੱਲ ਉੱਤੇ ਚੱਲਣਾ ਹੀ ਸਾਰਾ ਦਾ ਸਾਰਾ ਅਸਲੀ ਕੰਮ ਹੈ। ਉਹਦੀ ਸੇਵਾ ਕਰਨ ਦੇ ਨਾਲ ਹੀ ਤੁਸੀਂ ਉਸ ਸਦਾ ਥਿਰ ਰਹਿਣ ਵਾਲੇ ਪ੍ਰਭੂ ਪਰਮੇਸ਼ਵਰ ਦੀ ਵਿਚਾਰ ਕਰ ਸਕਦੇ ਹੋ, ਉਹਦੀ ਗੱਲ ਸਮਝ ਸਕਦੇ ਹੋ ਔਰ ਉਹਦੇ ਦਰ ਦੇ ਉੱਤੇ, ਜਿਹੜਾ ਹਮੇਸ਼ਾ ਥਿਰ ਰਹਿਣ ਵਾਲਾ ਪ੍ਰਭੂ ਪਰਮੇਸ਼ਵਰ ਹੈ, ਉਹਦੇ ਦਰ ਉੱਤੇ ਪਹੁੰਚ ਸਕਦੇ ਹੋ। ਥਿੱਤੀ ਵਾਰ ਸਭ ਸ਼ਬਦ ਸੁਹਾਏ, ਸਤਿਗੁਰ ਸੇਵੇ ਤਾਂ ਫਲ ਪਾਏ। ਥਿੱਤੀ ਵਾਰ ਸਭ ਆਵਹ ਜਾਹੇ, ਗੁਰ ਸ਼ਬਦ ਨਿਸ਼ਚਲ ਸਦਾ ਸੱਚ ਸਮਾਹੇ। ਥਿੱਤੀ ਵਾਰ ਤਾਂ ਜਾ ਸੱਚ ਰਾਤੇ, ਬਿਨ ਨਾਵੇਂ ਸਭ ਪਰਮਹ ਕਾਚੇ। ਇਹਨਾਂ ਦੋ ਸ਼ਬਦਾਂ ਤੋਂ ਪਹਿਲੇ, ਪਾਤਸ਼ਾਹੀ ਤੀਜੀ ਦੇ ਦੋ ਸ਼ਬਦਾਂ ਤੋਂ ਪਹਿਲੇ ਅਸੀਂ ਥਿੱਤੀ, ਚੰਦਰਮਾ ਦੇ ਹਿਸਾਬ ਨਾਲ ਦਿਨਾਂ ਦਾ ਫਰਕ ਔਰ ਉਹਨਾਂ ਦੇ ਭਰਮਾਂ 'ਚ ਫਸੇ ਹੋਏ ਕੰਮ ਔਰ ਵਾਰਾਂ ਦੇ ਵਿੱਚ ਭਰਮਾਂ ਵਿੱਚ ਫਸੇ ਹੋਏ ਕੰਮਾਂ ਦੇ ਬਾਰੇ ਸਾਨੂੰ ਗੁਰੂ ਸਾਹਿਬ ਨੇ ਸਮਝ ਦਿੱਤੀ ਹੈ। ਇੱਥੇ ਉਹਦੇ ਬਾਰੇ ਵਿੱਚ ਹੀ ਹੁਣ ਗੱਲ ਹੋ ਰਹੀ ਹੈ। ਥਿੱਤੀ ਵਾਰ ਸਭ ਸ਼ਬਦ ਸੁਹਾਏ, ਸਤਿਗੁਰ ਸੇਵੇ
ਤਾਂ ਫਲ ਪਾਏ। ਜੇ ਤੁਸੀਂ ਸਤਿਗੁਰੂ ਦੀ ਸੇਵਾ 'ਚ ਲੱਗੇ ਰਹਿੰਦੇ ਹੋ ਤਾਂ ਤੁਹਾਨੂੰ ਜਿਹੜੇ ਥਿੱਤੀਵਾਰ ਜਿਹੜੇ ਹਨ ਉਹਨਾਂ ਦੇ ਚੱਕਰਾਂ ਦੇ ਵਿੱਚ ਤੁਸੀਂ ਨਹੀਂ ਪੈਂਦੇ ਹੋ, ਔਰ ਸ਼ਬਦ ਤੁਹਾਡੇ ਹਿਰਦੇ ਦੇ ਵਿੱਚ ਆਨੰਦ ਆ ਕੇ ਵਸਾ ਦਿੰਦਾ ਹੈ। ਥਿੱਤੀ ਵਾਰ ਸਭ ਆਵਹ ਜਾਹੇ, ਗੁਰ ਸ਼ਬਦ ਨਿਹਚਲ ਸਦਾ ਸੱਚ ਸਮਾਹੇ। ਜਿਹੜੇ ਥਿੱਤੀਆਂ ਔਰ ਵਾਰਾਂ ਦੇ ਚੱਕਰਾਂ ਵਿੱਚ ਪਏ ਰਹਿੰਦੇ ਹਨ, ਉਹ ਭਟਕਦੇ ਰਹਿੰਦੇ ਹਨ ਔਰ ਉਹ ਜਨਮ ਮਰਨ ਦੇ ਗੇੜ ਵਿੱਚ ਪਏ ਰਹਿੰਦੇ ਹਨ। ਗੁਰ ਸ਼ਬਦ ਨਿਹਚਲ ਸਦਾ ਸੱਚ ਸਮਾਹੇ। ਗੁਰੂ ਦੇ ਸ਼ਬਦ ਜਿਹੜੇ ਹਨ ਉਹ ਸਦਾ ਥਿਰ ਰਹਿਣ ਵਾਲੇ ਹਨ, ਔਰ ਉਹ ਸਦਾ ਥਿਰ ਰਹਿਣ ਵਾਲੇ ਪ੍ਰਭੂ ਪਰਮੇਸ਼ਵਰ ਦੇ ਵਿੱਚ ਸਮਾਏ ਰਹਿੰਦੇ ਹਨ। ਥਿੱਤੀ ਵਾਰ ਤਾਜਾ ਸੱਚ ਰਾਤੇ, ਬਿਨ ਨਾਵੇ ਸਭ ਪਰਮਹ ਕਾਚੇ। ਉਹੀ ਥਿੱਤੀ ਵਾਰ ਦੇ ਚੱਕਰਾਂ ਤੋਂ, ਭਰਮਾਂ ਤੋਂ ਬਚ ਸਕਦੇ ਹਨ ਜਿਹੜੇ ਸੱਚੇ ਪ੍ਰਭੂ ਪਰਮੇਸ਼ਵਰ ਦੇ ਨਾਲ ਜੁੜ ਕੇ ਉਹਦੇ ਰੰਗ ਵਿੱਚ ਰੰਗੇ ਹੁੰਦੇ ਹਨ। ਨਾਂ ਤੋਂ ਬਿਨਾਂ ਸਾਰੇ ਦੇ ਸਾਰੇ ਜਿਹੜੇ ਹਨ ਕੱਚੇ ਰਹਿ ਜਾਂਦੇ ਹਨ ਔਰ ਉਹ ਭਰਮਾਂ ਦੇ ਵਿੱਚ ਭਟਕਦੇ ਰਹਿੰਦੇ ਹਨ। ਮਨਮੁਖ ਮਰ ਬਿਗਤੀ ਜਾਹੇ, ਏਕ ਨਚੇਤਹ ਦੂਜੇ ਲੋਭਾਹੇ। ਅਚੇਤ ਪਿੰਡੀ ਅਗਿਆਨ ਅੰਧਾਰ, ਬਿਨ ਸ਼ਬਦੈ ਕਿਉ ਪਾਏ ਪਾਰ। ਆਪ ਉਪਾਏ ਉਪਾਵਣ ਹਾਰ, ਆਪੇ ਕੀਤਨ ਗੁਰ ਵਿਚਾਰ। ਆਪਣੇ ਮਨ 'ਤੇ ਚੱਲਣ ਵਾਲੇ ਜਿਹੜੇ ਹਨ ਉਹ ਇੱਕ ਪ੍ਰਭੂ ਪਰਮੇਸ਼ਵਰ ਨੂੰ ਯਾਦ ਨਹੀਂ ਕਰਦੇ ਹਨ ਔਰ ਦੂਸਰੇ ਮੂੰਹ ਮਾਇਆ ਦੇ ਜਾਲ ਵਿੱਚ ਫਸੇ ਰਹਿੰਦੇ ਹਨ ਔਰ ਇੱਕ ਬੜੀ ਭੈੜੀ ਆਤਮਿਕ ਦਿਸ਼ਾ ਵਾਲੇ ਬਣੇ ਰਹਿੰਦੇ ਹਨ। ਅਚੇਤ ਪਿੰਡੀ ਅਗਿਆਨ ਅੰਧਾਰ, ਬਿਨ ਸ਼ਬਦੈ ਕਿਉ ਪਾਏ ਪਾਰ। ਉਹ ਮੂਰਖ ਮੱਤ ਵਾਲੇ ਬਣੇ ਰਹਿੰਦੇ ਹਨ, ਉਹਨਾਂ ਨੂੰ ਕੋਈ ਗਿਆਨ ਨਹੀਂ ਹੁੰਦਾ ਹੈ ਔਰ ਉਹਨਾਂ ਦੇ ਹਿਰਦੇ ਵਿੱਚ ਹਰ ਟਾਈਮ 'ਤੇ ਹਨੇਰਾ ਹੀ ਰਹਿੰਦਾ ਹੈ ਔਰ ਅੰਨੇ ਹੀ ਰਹਿੰਦੇ ਹਨ। ਸ਼ਬਦ ਤੋਂ ਬਿਨਾਂ, ਸ਼ਬਦ ਸਮਝਣ ਤੋਂ ਬਿਨਾਂ ਕੋਈ ਵੀ ਆਪਣਾ ਪਾਰ ਉਤਾਰਾ ਨਹੀਂ ਕਰ ਸਕਦਾ ਹੈ। ਆਪ ਉਪਾਏ ਉਪਾਵਣ ਹਾਰ, ਆਪੇ ਕੀਤਨ ਗੁਰ ਵਿਚਾਰ। ਇਹ ਜਿਹੜਾ ਪ੍ਰਭੂ ਪਰਮੇਸ਼ਵਰ ਹੈ ਜਿਹਨੇ ਸਾਰੀ ਦੀਨ ਦੁਨੀਆ ਨੂੰ ਬਣਾਇਆ ਹੈ, ਉਹ ਆਪ ਹੀ ਠੀਕ ਰਸਤੇ ਦੇ ਉੱਤੇ ਲੋਕਾਂ ਨੂੰ ਪਾਉਂਦਾ ਹੈ ਅਤੇ ਆਪ ਹੀ ਉਹ ਜੀਵ ਆਤਮਾਵਾਂ ਨੂੰ ਗੁਰ ਵਿਚਾਰ ਦੇ ਨਾਲ ਜੋੜਦਾ ਹੈ। ਬਹੁਤੇ ਪੇਖ ਕਰਹਿ ਪੇਖ ਤਾਰੀ, ਭਵ ਭਵ ਪਰਮਹਿ ਕਾਚੀ ਸਾਰੀ। ਇੱਥੇ ਸੁਖ ਨ ਆਗੈ ਹੋਏ, ਮਨਮੁਖ ਮੂਹੇ ਆਪਣਾ ਜਨਮ ਖੋਏ। ਸਤਿਗੁਰ ਸੇਵੇ ਭਰਮ ਚੁਕਾਏ, ਕਰ ਹੀ ਅੰਦਰ ਸੱਚ ਮਹਿਲ ਪਾਏ। ਬਹੁਤੇ ਭੇਖ ਕਰਹਿ ਭੇਖ ਤਾਰੀ। ਬੜੇ ਜਣੇ ਸਿਰਫ ਦੁਨੀਆ ਨੂੰ ਦਿਖਾਉਣ ਵਾਸਤੇ ਅਲੱਗ-ਅਲੱਗ ਕਿਸਮ ਦੇ ਵੇਸ਼ ਭੂਸ਼ਾਵਾਂ ਕੱਪੜੇ ਪਾ ਕੇ ਝੂਠੇ ਆਪਣੇ ਆਪ ਨੂੰ, ਝੂਠੇ ਲੋਕਾਂ ਨੂੰ ਭਰਮਾਂ ਵਿੱਚ ਪਾ ਕੇ ਆਪਣੇ ਆਪ ਨੂੰ ਚੰਗਾ ਵਿਖਾਉਣ ਦੇ ਕੰਮ ਕਰਦੇ ਰਹਿੰਦੇ ਹਨ। ਉਹ ਸਾਰੇ ਦੇ ਸਾਰੇ ਹਮੇਸ਼ਾ ਆਤਮਾ ਦੀ ਅਡੋਲਤਾ ਤੋਂ ਬੜੇ ਦੂਰ ਰਹਿੰਦੇ ਹਨ, ਹਮੇਸ਼ਾ ਪਰੇਸ਼ਾਨੀ ਵਿੱਚ ਰਹਿੰਦੇ ਹਨ ਔਰ ਭਟਕਦੇ ਰਹਿੰਦੇ ਹਨ। ਨਾ ਤਾਂ ਉਹਨਾਂ ਨੂੰ ਇਸ ਲੋਕ ਵਿੱਚ ਕੋਈ ਸੁੱਖ ਮਿਲਦਾ ਹੈ, ਨਾ ਹੀ ਉਹਨਾਂ ਨੂੰ ਕੋਈ ਪਰਲੋਕ ਵਿੱਚ ਸੁੱਖ ਮਿਲੇਗਾ। ਆਪਣੇ ਮਨ ਉੱਤੇ ਚੱਲਣ ਵਾਲੇ ਜਿਹੜੇ ਹਨ, ਉਹਨਾਂ ਨੇ ਆਪਣਾ ਇਹ ਜਨਮ ਜਿਸ ਕੰਮ ਵਾਸਤੇ ਉਹ ਭੇਜੇ ਗਏ ਸਨ, ਉਹ ਜਨਮ ਵੀ ਆਪਣਾ ਖੋਹ ਲਿਆ ਹੈ, ਗਵਾ ਲਿਆ ਹੈ, ਖਤਮ ਹੋ ਗਿਆ ਉਹਨਾਂ ਦਾ ਜਨਮ। ਸਤਿਗੁਰ ਸੇਵੇ ਭਰਮ ਚੁਕਾਏ, ਕਰ ਹੀ ਅੰਦਰ ਸੱਚ ਮਹਿਲ ਪਾਏ। ਜਿਹੜਾ ਸਤਿਗੁਰੂ ਦੀ ਸੇਵਾ ਕਰਦਾ ਰਹਿੰਦਾ ਹੈ, ਉਹਨੂੰ ਸਾਰੇ ਵਹਿਮ ਔਰ ਭਰਮ ਖਤਮ ਹੋ ਜਾਂਦੇ ਹਨ ਔਰ ਉਹਨੂੰ ਠੀਕ ਸੱਚ ਦਾ ਰਸਤਾ ਲੱਭ ਜਾਂਦਾ ਹੈ ਔਰ ਉਹ ਆਪਣੇ ਘਰ ਦੇ ਵਿੱਚ, ਆਪਣੇ ਹਿਰਦੇ ਵਿੱਚ ਹੀ ਪ੍ਰਭੂ ਪਰਮੇਸ਼ਵਰ ਦਾ
महल लभ लैंदा है और प्रभु परमेश्वर ਨੂੰ ਪਾ ਲੈਂਦਾ ਹੈ। ਆਪੇ ਪੂਰਾ ਕਰੇ ਸੋ ਹੋਏ, ਇਹ ਥਿੱਤੀ ਵਾਰ ਦੂਜਾ ਦੋਏ। ਸਤਿਗੁਰ ਬਾਝਾ ਅੰਧ ਗੁਬਾਰ, ਥਿੱਤੀ ਵਾਰ ਸੇਵਾ ਮੁਗਧ ਗਵਾਰ। ਨਾਨਕ ਗੁਰਮੁਖ ਬੂਝੈ ਸੋਝੀ ਪਾਏ, ਇਕਤ ਨਾਮ ਸਦਾ ਰਹਿਆ ਸਮਾਏ। ਨਾਨਕ ਕਹਿ ਰਹੇ ਹਨ, ਜਿਹੜਾ ਵੀ ਗੁਰੂ ਦੇ ਸਿਸਟਮ ਨਾਲ ਚੱਲਦਾ ਹੈ ਉਹਨੂੰ ਸੱਚਾਈ ਸਮਝ ਸਾਰੀ ਆ ਜਾਂਦੀ ਹੈ ਔਰ ਉਹ ਹਮੇਸ਼ਾ ਹੀ ਪਰਮਾਤਮਾ ਦੇ ਨਾਮ ਦੇ ਵਿੱਚ, ਪਰਮਾਤਮਾ ਦੇ ਚਰਨਾਂ ਦੇ ਵਿੱਚ ਸਮਾਇਆ ਰਹਿੰਦਾ ਹੈ। ਪਰ ਜਿਹੜਾ ਥਿੱਤੀਆਂ ਔਰ ਵਾਰਾਂ ਦੇ ਵਿੱਚ ਦੇ ਭਰਮਾਂ ਵਿੱਚ ਫਸਿਆ ਰਹਿੰਦਾ ਹੈ, ਉਹ ਕਦੀ ਵੀ ਆਪੇ ਪੂਰਾ ਕਰੇ ਸੋ ਹੋਏ। ਉਸ ਨੂੰ ਪਰਮਾਤਮਾ ਜੇ ਉਸ ਨੂੰ ਠੀਕ ਰਸਤਾ ਦੱਸੇਗਾ ਤਾਂ ਹੀ ਉਹ ਠੀਕ ਰਸਤੇ 'ਤੇ ਜਾ ਸਕਦਾ। ਉਸ ਨੂੰ ਉਹ ਆਪਣੇ ਆਪ ਇਸ ਥਿੱਤੀ ਵਾਰਾਂ ਦੀ ਭਟਕਣਾ 'ਚੋਂ ਬਾਹਰ ਨਹੀਂ ਨਿਕਲ ਸਕਦਾ ਹੈ। ਸਤਿਗੁਰੂ ਬਾਝਾ ਅੰਧ ਗੁਬਾਰ, ਕਿਉਂਕਿ ਉਹ ਸਤਿਗੁਰੂ ਦੇ ਨਾਲ ਉਹਨੇ ਮਿਲਵਰਤਨ ਨਹੀਂ ਰੱਖਿਆ ਹੈ, ਸਤਿਗੁਰੂ ਦੇ ਨਾਲ ਉਹਨੇ ਉਹਦੀ ਸੇਵਾ ਕਰਕੇ ਉਹਦੇ ਨਾਲ ਨਹੀਂ ਜੁੜਿਆ ਹੈ। ਇਸ ਕਰਕੇ ਉਹ ਅੰਨਾ ਹੀ ਰਹਿੰਦਾ ਹੈ ਔਰ ਆਪਣੇ ਹਉਮੈ ਦੇ ਵਿੱਚ ਹੀ ਭਟਕਦਾ ਰਹਿੰਦਾ ਹੈ। ਥਿੱਤੀ ਵਾਰ ਸੇਵਾ ਮੁਗਧ ਗਵਾਰ। ਥਿੱਤੀਆਂ ਨੂੰ ਔਰ ਵਾਰਾਂ ਨੂੰ, ਉਹਨਾਂ ਦੀਆਂ ਗੱਲਾਂ ਦੇ ਉੱਤੇ, ਉਹਨਾਂ ਦੀਆਂ ਜਿਹੜੀਆਂ ਸੋਚ ਹੈ ਉਹਦੇ ਉੱਤੇ ਸਿਰਫ ਮੂਰਖ ਔਰ ਜਿਹੜੇ ਅਨਪੜ੍ਹ ਹੁੰਦੇ ਹਨ ਉਹੀ ਚੱਲਦੇ ਹਨ। ਜਿਹੜਾ ਗੁਰੂ ਦੇ ਕਹਿਣੇ ਦੇ ਹਿਸਾਬ ਨਾਲ ਚੱਲ ਪੈਂਦਾ ਹੈ ਉਹ ਤਾਂ ਹਮੇਸ਼ਾ ਨਾਮ ਦੇ ਵਿੱਚ ਰਤਿਆ ਹੋਇਆ ਪ੍ਰਭੂ ਪਰਮੇਸ਼ਵਰ ਦੇ ਨਾਲ ਹੀ ਸਮਾਇਆ ਰਹਿੰਦਾ ਹੈ। ਅੱਜ ਦੇ ਲਈ ਇੰਨਾ ਹੀ ਜੀ। ਬਹੁਤ ਗਲਤੀਆਂ ਕੀਤੀਆਂ ਹੋਣਗੀਆਂ, ਭੁੱਲਾਂ ਚੁੱਕਾਂ ਦੀ ਮਾफ़ੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।